ਸੁਣਨ ਦਾ, ਕੋਈ ਸਿੱਖਣ ਦਾ, ਨਾ ਬੱਚਿਆਂ ਨੂੰ ਸਿਖਾਉਣ ਦਾ। ਇਹ ਉਹਨਾਂ ਮਜ਼ਦੂਰਾਂ ਦੀ ਗੱਲ ਹੈ ਜਿਹੜੇ ਗਾਉਂ ਤੋਂ ਸ਼ਹਿਰ 'ਚ ਆਏ। ਜਿਹੜੇ ਸ਼ਹਿਰ 'ਚ ਨੇ ਔਰ ਮਜ਼ਦੂਰੀ ਕਰ ਰਹੇ ਨੇ, ਉਹਨਾਂ ਨੂੰ ਕਿਉਂਕਿ ਹੋਰ ਕੋਈ ਆਸਰਾ ਨਹੀਂ, ਉਹ ਵੀ ਮਜ਼ਦੂਰੀ 'ਚ ਮਗਨ ਨੇ। ਅਤੇ ਕੋਈ ਸਾਡੀਆਂ ਗੌਰਮੈਂਟ ਦੀਆਂ ਪਾਲਿਸੀਆਂ ਐਸੀਆਂ ਨੇ ਜੀ ਕਿ ਜਿਹੜਾ ਜੋ ਵੀ ਕੋਈ ਬੰਦਾ ਕਮਾ ਰਿਹਾ ਉਹ ਸਿਰਫ ਖਾ ਰਿਹਾ। ਉਹਦੇ 'ਚ ਮੈਂ ਆਪਣੀ ਜ਼ਾਤੀ ਤੁਹਾਨੂੰ ਮਿਸਾਲ ਦਿਆਂ ਕਿ ਮੈਂ ਜ਼ਿੰਦਗੀ ਦੇ ਵਿੱਚ ਸਿਵਾਏ ਨਿਸਾਬੀ ਕਿਤਾਬਾਂ ਤੋਂ ਕੋਈ ਕਿਤਾਬ ਖਰੀਦ ਕੇ ਨਹੀਂ ਪੜ੍ਹੀ। ਅੱਛਾ, ਠੀਕ ਹੈ। ਕੋਈ ਦੋਸਤਾਂ ਕੋਲੋਂ ਮਿਲ ਗਈ, ਕੋਈ ਕਿਤੋਂ ਰਾਹ ਜਾਂਦਿਆਂ ਲੱਭ ਗਈ, ਕੋਈ ਛੋਟੀਆਂ ਲਾਇਬ੍ਰੇਰੀਆਂ ਹੁੰਦੀਆਂ ਸਨ। ਬੜਾ ਸੋਹਣਾ ਵਕਤ ਸੀ ਕਿ 4 ਆਨੇ 'ਚ ਕਿਤਾਬ ਲੱਭ ਜਾਂਦੀ ਸੀ। ਘਰ ਜਾਂਦੇ ਜਾਂਦੇ ਅੱਧੀ ਪੜ੍ਹ ਲੈਣੀ, ਅੱਧੀ ਵਾਪਸ ਆ ਕੇ ਦੇ ਦੇਣੀ। ਹੁਣ ਕੌਣ ਹੈ ਜਿਹਦੇ ਕੋਲ ਟਾਈਮ ਹੈ ਪੜ੍ਹਨ ਦਾ? ਗੈਰ ਨਿਸਾਬੀ। ਉੱਤੋਂ ਸਾਡੇ ਜਿਹੜੇ ਸਕੂਲਾਂ ਦਾ ਸਿਸਟਮ ਇਸ ਤਰ੍ਹਾਂ ਦਾ ਹੈ ਕਿ ਉਹ ਨਿਸਾਬ ਦਾ ਇੰਨਾ ਬੋਝ ਪਾ ਦਿੰਦੇ ਨੇ ਕਿ ਜਿਹੜੇ ਕੋਈ ਨਵੇਂ ਬੱਚੇ ਵੀ ਉੱਠ ਰਹੇ ਨੇ 8ਵੀਂ 9ਵੀਂ 10ਵੀਂ, ਉਹ ਸਿਰਫ ਨਿਸਾਬ ਹੀ ਪੜ੍ਹ ਸਕਦੇ ਨੇ। ਉਹਨਾਂ ਕੋਲ ਗੈਰ ਨਿਸਾਬੀ ਪੜ੍ਹਨ ਦਾ ਟਾਈਮ ਨਹੀਂ। ਬਿਲਕੁਲ ਸਹੀ। ਜੋ ਕੁਝ ਸਾਡੇ ਉਲਮਾ ਕਹਿ ਰਹੇ ਨੇ, ਜੋ ਕੋਈ ਸਾਡੇ ਅਦਿਬਾ ਕਹਿ ਰਹੇ ਨੇ, ਤੇ ਉਹ ਲੋਕਾਂ ਕੋਲ ਨਾ ਤੇ ਪੜ੍ਹਨ ਦਾ ਟਾਈਮ ਹੈ ਨਾ ਸੁਣਨ ਦਾ ਟਾਈਮ ਹੈ। ਉਹ ਜਿਹੜਾ ਕੋਈ ਸੁਣਦਾ ਹੈ ਉਹਦੇ ਅਖਲਾਕੀਆਤ ਦੇ ਉੱਤੇ ਬਹਰਹਾਲ ਕੁਛ ਨਾ ਕੁਛ ਅਸਰ ਜ਼ਰੂਰ ਹੁੰਦਾ ਹੈ। ਉਹ ਕੁਛ ਨਾ ਕੁਛ ਜ਼ਰੂਰ ਉਹ ਤੋਂ ਅਸਰ ਲੈਂਦਾ ਹੈ। ਕੁਛ ਨਾ ਕੁਛ ਜਜ਼ਬਾਤ ਜਿਹੜੇ ਨੇ ਉਹਦੇ ਉਹ ਮੁਤਾਸਰ ਮਾਇਲ ਹੁੰਦੇ ਨੇ, ਮੁਤਾਸਰ ਹੁੰਦੇ ਨੇ। ਅੱਛਾ, ਤੁਸੀਂ ਇਹ ਮੈਨੂੰ ਦੱਸੋ ਖਾਜਾ ਸਾਹਿਬ ਕਿ ਤੁਸੀਂ 5 ਜਮਾਤਾਂ ਪੜ੍ਹੀਆਂ ਜੀ। ਤੇ ਸਾਡਾ ਮੌਕਫ ਵੀ ਇਹ ਵੇ ਕਿ ਅੱਜ ਅਸੀਂ ਐਸੀ ਸ਼ਖਸੀਅਤ ਨਾਲ ਮਿਲਾ ਰਹੇ ਹਾਂ ਕਿ ਜਿਨ੍ਹਾਂ ਦੀ ਕੋਈ ਫਾਰਮਲ ਐਜੂਕੇਸ਼ਨ ਨਹੀਂ। ਜੀ ਜੀ। ਤੇ ਤੁਸੀਂ ਜ਼ੁਬਾਨਾਂ ਕਿਵੇਂ ਸਿੱਖਦੇ ਹੋ? ਹਾਂ, ਇਹ ਅੱਛਾ ਸਵਾਲ ਹੈ ਔਰ ਮੈਂ ਕਹਾਂਗਾ ਕਿ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਬੁਲਾ ਕੇ ਬਿਠਾ ਕੇ ਤੇ ਮੇਰੇ ਕੋਲੋਂ ਇਹ ਗੱਲ ਪੁੱਛੀ। ਹਾਂਜੀ, ਇਹ ਸਮਝ ਲਓ ਕਿ ਮੇਰਾ ਪੈਸ਼ਨ ਹੈ, ਮੇਰਾ ਸ਼ੌਕ ਹੈ, ਠੀਕ ਹੈ। ਮੇਰੀ ਲਗਨ ਹੈ। ਹਰ ਇਨਸਾਨ ਦੇ ਅੰਦਰ ਜਸਤਜੂ ਦਾ ਪਹਿਲੂ ਤੇ ਅੱਲਾਹ ਤਾਲਾ ਨੇ ਰੱਖਿਆ, ਕਿਸੇ ਦੀ ਕਿਸੇ ਪਾਸੇ, ਕਿਸੇ ਦੀ ਕਿਸੇ ਪਾਸੇ। ਮੈਂ ਉਹ ਬੱਚਾ ਸਾਂ ਕਿ ਜਿਹਨੇ ਜ਼ਿੰਦਗੀ 'ਚ ਸਭ ਤੋਂ ਪਹਿਲੇ ਜੋ ਸਿੱਖਿਆ, ਖੇਡਣ ਤੋਂ ਵੀ ਪਹਿਲੇ, ਉਹ ਸਿੱਖਿਆ ਅਲਿਫ ਬੇ ਅਬ, ਬੇ ਅਲਿਫ ਬਾ, ਅੱਬਾ। ਇਹ 4 ਹਰਫਾਂ ਨੂੰ ਜੋੜ ਕੇ ਇੱਕ ਹਰਫ ਕਿਸ ਤਰ੍ਹਾਂ ਬਣਦਾ। ਠੀਕ ਹੈ। ਔਰ ਜਦੋਂ ਮੈਂ ਇਹ ਸਿੱਖਿਆ ਤੇ ਫਿਰ ਮੈਂ ਜਾਂਦਿਆਂ ਆਉਂਦਿਆਂ ਕਿਤੇ ਕੋਈ ਵਾਲ ਚੈਕਿੰਗ, ਕਿਤੇ ਕੋਈ ਇਸ਼ਤਿਹਾਰ, ਜੋ ਜਿੱਥੇ ਲਿਖਿਆ ਨਾ ਉਹਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ, ਜੋੜ ਕਰਕੇ ਦਰੁਸਤ ਕਰਕੇ। ਤੇ ਉਸ ਤੋਂ ਬਾਅਦ ਫਿਰ ਜਿਹੜੇ ਸਨ ਮੇਰੇ ਤਾਇਆ ਜਾਨ, ਜਿਨ੍ਹਾਂ ਦਾ ਮੈਂ ਅੱਗੇ ਜ਼ਿਕਰ ਕੀਤਾ, ਸੂਫੀ ਗੁਲਾਮ ਮੁਹੀਉਦੀਨ, ਉਹ ਉਸ ਦੌਰ 'ਚ ਪੜ੍ਹੇ ਸਨ ਕਿ ਜਦੋਂ ਅਰਬੀ ਜ਼ਰੂਰ ਪੜ੍ਹਾਈ ਜਾਂਦੀ ਸੀ, ਇੰਨੀ ਕੁ ਕਿ ਬੰਦਾ ਕੁਰਾਨ ਨੂੰ ਬੱਚਾ ਸਿੱਖਣ ਜੋਗਾ ਹੋ ਜਾਏ। ਠੀਕ ਹੈ। ਫਾਰਸੀ ਜ਼ਰੂਰ ਪੜ੍ਹਾਈ ਜਾਂਦੀ ਸੀ ਕਿ ਸਾਡੀ ਕੁੱਲ ਮਾਲੂਮਾਤ ਅਦਬੀ ਔਰ ਇਲਮੀ ਜਿਹੜੀ ਹੈ ਉਹ ਫਾਰਸੀ 'ਚ ਸੀ ਔਰ ਫਾਰਸੀ ਤੋਂ ਉਰਦੂ 'ਚ ਮੁੰਤਕਿਲ ਹੋ ਰਹੀ ਸੀ। ਯਾਨੀ ਉਹ ਜਿਹੜਾ ਇੱਕ ਕਿਹਾ ਜਾਂਦਾ ਹੈ ਕਿ ਜਿਹੜਾ ਬੱਚਾ 5ਵੀਂ ਜਮਾਤ 1980 ਦੀ ਜਾਂ 70 ਦੀ ਦਹਾਈ ਦੀ ਪੜ੍ਹੀ ਹੋਈ, ਜੀ ਜੀ, ਉਹ ਅੱਜ ਦੀ ਕੋਈ ਮੈਟ੍ਰਿਕ ਕੀਤੇ ਬੱਚੇ ਦੇ ਬਰਾਬਰ ਸੀ। ਇਹ ਮੈਂ ਸਮਝਦਾ ਵਾਂ ਕਿ ਇਹ ਐਬਿਲਿਟੀ ਦੇ ਉੱਤੇ ਵੇ, ਜਿਹਦੇ 'ਚ ਹੈ ਐਬਿਲਿਟੀ, ਉਹ ਅੱਜ ਵੀ ਇੰਝ ਹੀ ਹੈ ਕਿ 5 ਪੜ੍ਹ ਲੈਂਦਾ ਤੇ ਫੜ ਕੇ ਉਹ ਐਮਏ ਦੀਆਂ ਕਿਤਾਬਾਂ ਪੜ੍ਹ ਸਕਦਾ ਹੈ। ਅੱਛਾ, ਮੈਨੂੰ ਕੋਈ ਨਾ ਇੰਜ ਦੇ ਲਫ਼ਜ਼ ਦੱਸੋ ਪੰਜਾਬੀ ਦੇ ਜਿਹੜੇ ਤੁਹਾਨੂੰ ਬੜੇ, ਜਿਨ੍ਹਾਂ ਨੇ ਅਟਰੈਕਟ ਕੀਤਾ ਤੇ ਸਾਡੇ ਨਾਜ਼ਰੀਨ ਵੀ ਉਹਦੇ ਤੋਂ ਮਤਲਬ ਕੁਛ ਇਲਮ ਹਾਸਲ ਕਰ ਸਕਣ, ਕਿ ਕਿਹੜੇ ਕਿਹੜੇ ਐਸੇ ਕੁਛ ਲਫ਼ਜ਼ ਨੇ। ਜਿਸ ਤਰ੍ਹਾਂ ਇੱਕ ਲਫ਼ਜ਼ ਤੁਸੀਂ ਮੈਨੂੰ ਦੱਸਿਆ ਸੀ ਕਿ ਨਿਆਈ ਜੀ, ਤੇ ਨਿਆਈ ਚੌਕ ਜਿਹੜਾ ਵੇ ਉਹਦਾ ਨਾਂ ਨਿਆਈ ਚੌਕ ਕਿਵੇਂ ਪਿਆ ਜੀ। ਇਸ ਤਰ੍ਹਾਂ ਦੇ ਕੁਛ ਲਫ਼ਜ਼ ਜਿਹੜੇ, ਬਲਕਿ ਨਿਆਈ ਦੇ ਬਾਰੇ 'ਚ ਵੀ ਦੱਸੋ ਸਾਡੇ ਨਾਜ਼ਰੀਨ ਨੂੰ ਕਿ ਨਿਆਈ ਕਹਿੰਦੇ ਕਿਹਨੂੰ? ਨਿਆਈ ਉਸ ਖੇਤ ਨੂੰ ਕਹਿੰਦੇ ਨੇ, ਪੈਲੀ ਨੂੰ ਕਹਿੰਦੇ ਨੇ ਕਿ ਜਿਹੜੀ ਗਾਉਂ ਦੇ ਬਿਲਕੁਲ ਕਰੀਬ ਹੁੰਦੀ ਹੈ। ਠੀਕ ਹੈ। ਗਾਉਂ ਦਾ ਜਿਹੜਾ ਫਾਜ਼ਲ ਪਾਣੀ ਹੁੰਦਾ ਉਹ ਉਸ ਨੂੰ ਪੈਲੀ ਨੂੰ ਮੁਯੱਸਰ ਹੁੰਦਾ ਹੈ। ਔਰ ਦੂਸਰੀ ਬਾਤ ਇਹ ਕਿ ਜਿਹੜੇ ਲੋਕ, ਚੂँकि ਗਾਉਂ 'ਚ ਅਮੂਮਨ ਬਾਥਰੂਮ ਦਾ ਤਸੱਵਰ ਨਹੀਂ ਹੁੰਦਾ। ਇਹ ਇੱਕ ਬੜਾ ਅੱਛਾ ਵਕਤ ਸੀ ਕਿ ਜਦੋਂ ਲੋਕ ਇਹ ਸਮਝਦੇ ਸਨ ਕਿ ਆਬਾਦੀ 'ਚ ਬਾਥਰੂਮ ਨਹੀਂ ਹੋਣਾ ਚਾਹੀਦਾ। ਠੀਕ ਹੈ। ਕਿਉਂਕਿ ਇਹ ਬਿਮਾਰੀਆਂ ਦਾ ਬਾਇਸ ਬਣ ਸਕਦਾ ਹੈ। ਤੇ ਬਲਕਿ ਜਦੋਂ ਵੱਡੀਆਂ ਆਬਾਦੀਆਂ ਹੋ ਗਈਆਂ ਤੇ ਲੋਕ ਛੱਤ ਦੇ ਉੱਤੇ ਰੱਖਦੇ ਸਨ ਬਾਥਰੂਮ, ਤਾਂ ਕਿ ਘਰ ਦੀ ਫਿਜ਼ਾ ਜਿਹੜੀ ਹੈ ਨਾ ਉਹਦੇ ਨਾਲ ਆਲੂਦਾ ਨਾ ਹੋਏ। ਤੇ ਉਹ ਲੋਕ ਜਿਹੜੇ ਬਾਥਰੂਮ ਯੂਜ਼ ਕਰਨ ਵਾਸਤੇ, ਝਾੜਾ ਬਹਿਣ ਵਾਸਤੇ ਪੈਲੀਆਂ ਜਾਂਦੇ ਸਨ, ਉਹਨੂੰ ਮੱਲੜ ਮੁਯੱਸਰ ਹੁੰਦਾ ਸੀ। ਉਸ ਪੈਲੀ ਦੀ ਜਿਹੜੀ ਪੈਦਾਵਾਰ ਹੈ ਉਹ ਬਹੁਤ ਆਲਾ ਔਰ ਬਹੁਤ ਜ਼ਿਆਦਾ ਹੁੰਦੀ ਸੀ।
ਇਹ ਦੋਵੇਂ ਲਫ਼ਜ਼ ਵੀ ਸਾਡੀ ਬਹੁਤ ਸਾਰੀ ਆਵਾਮ ਨੂੰ ਸਮਝ ਨਹੀਂ ਆਣੇ ਕਿ ਤੁਸੀਂ ਮੱਲੜ ਮੌਜੂਦ ਹੁੰਦਾ ਸੀ ਤੇ ਲਫ਼ਜ਼ ਬੋਲੇ ਨੇ। ਗੋਬਰ ਹੋ ਗਿਆ, ਠੀਕ ਹੈ। ਕੂੜਾ ਕਰਕਟ ਹੋ ਗਿਆ, ਔਰ ਚੁੱਲ੍ਹਿਆਂ ਦੀ ਜਾਂ ਤੰਦੂਰਾਂ ਦੀ ਰਾਖ ਹੋ ਗਈ, ਇਹ ਜਿਹੜਾ ਨਾ ਇਹ ਖਾਦ ਦੇ ਤੌਰ ਤੇ ਪੈਲੀਆਂ 'ਚ ਇਸਤੇਮਾਲ ਹੁੰਦਾ ਸੀ। ਠੀਕ ਹੈ। ਤੇ ਨਿਆਈ ਫਿਰ ਉਸ ਵੰਡ ਨੂੰ ਕਿਹਾ ਜਾਂਦਾ ਸੀ ਕਿ ਇਹ ਖਾਸ ਨਿਆਈ ਦੀ ਵੰਡ ਹੈ। ਇਹਦੇ ਲਈ ਇੱਕ ਸ਼ੇਰ ਮੈਨੂੰ ਯਾਦ ਆ ਰਿਹਾ ਬਜ਼ੁਰਗਾਂ ਦਾ, ਉਹ ਕਹਿੰਦੇ ਨੇ ਕਿ ਕਰਮਾ ਬਾਝ ਪਿਆਰਿਆ ਜੀਣ ਕੋ ਨਹੀਂ। ਕਰਮਾਬਾਜ਼ ਪਿਆਰਿਆ ਜੀਣ ਕੋਈ ਨਹੀਂ। ਕਰਮ ਜੇ ਹਿੰਦੀ ਦਾ ਲਈਏ ਤੇ ਇਹਦਾ ਮਤਲਬ ਹੈ ਅਮਲ, ਅਮਲ। ਜੇ ਪੰਜਾਬੀ ਦਾ ਲਈਏ ਤੇ ਇਹਦਾ ਮਤਲਬ ਹੈ ਕਿਸਮਤ। ਕਿਸਮਤ। ਠੀਕ। ਕਰਮਾ ਬਾਝ ਪਿਆਰਿਆ ਜੀਣ ਕੋ ਨਹੀਂ, ਭਾਵੇਂ ਸਿਰ ਤੇ ਲਾਲਾਂ ਦੀ ਪੰਡ ਹੋਵੇ। ਭਾਵੇਂ ਸਿਰ ਤੇ ਲਾਲਾਂ ਦੀ ਪੰਡ ਹੋਵੇ। ਤੇ ਲਾਲਾਂ ਦੀ ਪੰਡ ਲਾਲ ਹੀਰੇ ਜਵਾਹਰਾਤ ਯਾਕੂਤ, ਯਾਕੂਤ ਨੂੰ ਠੀਕ ਵੈਸੇ ਹੈ। ਲਾਲ ਕਿਹਾ ਜਾਂਦਾ ਹੈ। ਇਹ ਅਗਰ ਬੰਦਾ ਕੋਈ ਪੰਡ ਭਰ ਕੇ ਵੱਡੀ ਸਾਰੀ ਗਠੜੀ ਬਣਾ ਕੇ ਸਿਰ ਤੇ ਚੁੱਕ ਲਵੇ, ਯਾਨੀ ਕਿ ਬਹੁਤ ਮਾਲਦਾਰ ਵੀ ਹੋ ਜਾਏ, ਤੇ ਕਿਸਮਤ ਤੋਂ ਬਗੈਰ ਉਹਦੀ ਜ਼ਿੰਦਗੀ ਦਾ ਕੋਈ ਅੰਦਾਜ਼ ਨਹੀਂ। ਤੇ ਕਰਮਾ ਬਾਝ ਪਿਆਰਿਆ ਜੀਣ ਕੋ ਨਹੀਂ, ਭਾਵੇਂ ਸਿਰ ਤੇ ਲਾਲਾਂ ਦੀ ਪੰਡ ਹੋਵੇ। ਤੇ ਝੂਠੇ ਹੋ ਕੇ ਵਿੱਚ ਬਾਜ਼ਾਰ ਵਿਕਦੇ, ਭਾਵੇਂ ਮਗਰ ਦਲਾਲਾਂ ਦੀ ਡੰਡ ਹੋਵੇ। ਤੇ ਭਾਈਆਂ ਬਾਝ ਮੁਹੰਮਦਾ ਜੀਣ ਕੋ ਨਹੀਂ, ਭਾਵੇਂ ਮਗਰ ਕਬੀਲੇ ਦਾ ਤਰੰਡ ਹੋਵੇ। ਠੀਕ ਹੈ। ਅੱਛਾ, ਤਰੰਡ ਵੀ ਜਿਹੜਾ ਨਾ ਇੱਕ ਖਾਸ ਲਫ਼ਜ਼ ਹੈ। ਇਹ ਜ਼ਿਆਦਾਤਰ ਘੁਮਿਆਰਾਂ 'ਚ ਇਸਤੇਮਾਲ ਕੀਤਾ ਜਾਂਦਾ ਸੀ ਜਦੋਂ ਉਹਨਾਂ ਨੇ ਬਰਤਨ ਬਣਾ ਲਏ ਨੇ ਨਾ, ਖਾਸ ਤੌਰ ਤੇ ਪਿਆਲੀਆਂ, ਹਾਂਡੀਆਂ, ਕੱਪਸ ਵਗੈਰਾ, ਤੇ ਉਹ ਬਹੁਤ ਜ਼ਿਆਦਾ ਯਾਨੀ 300 500 ਦੀ ਮਿਕਦਾਰ ਵਿੱਚ ਉਹਨਾਂ ਨੂੰ ਇੱਕ ਜਗ੍ਹਾ ਤੇ ਜਮ੍ਹਾਂ ਕਰਕੇ ਇੱਕ ਵਾਣ ਦਾ ਉਹ ਬਣਿਆ ਹੁੰਦਾ ਸੀ ਟੋਕਰਾ, ਜਿਹਨੂੰ ਤਰੰਡ ਕਿਹਾ ਜਾਂਦਾ, ਉਹਦੇ 'ਚ ਪਾ ਕੇ, ਯਾਨੀ ਬਹੁਤ ਵੱਡਾ ਮਜਮੂਆ ਜਿਹੜਾ ਨਾ, ਕਿ ਉਹ ਕਹਿ ਰਹੇ ਨੇ ਕਿ ਭਾਵੇਂ ਕਬੀਲੇ ਦਾ ਤਰੰਡ ਯਾਨੀ ਬਹੁਤ ਜ਼ਿਆਦਾ ਵੀ ਕਬੀਲਾ ਪਿੱਛੇ ਹੋਵੇ ਨਾ, ਤੇ ਫਿਰ ਵੀ ਭਾਈਆਂ ਦੇ ਨਾਲ ਜੋ ਸਪੋਰਟ ਹੈ, ਜੋ ਭਾਈਆਂ ਨਾਲ ਬੰਦੇ ਦੀ ਬਾਜ਼ੂ ਮਜ਼ਬੂਤ ਨੇ, ਜੋ ਜ਼ਿੰਦਗੀ ਆਸਾਨ ਹੈ, ਉਹ ਬਾਕੀਆਂ ਨਾਲ ਹੈ। ਠੀਕ ਹੈ। ਤੇ ਇਹ ਤਾਂ ਸੀ ਨਿਆਈ ਦੀ ਗੱਲ। ਹੁਣ ਮੈਂ ਤੁਹਾਨੂੰ ਅੰਮ੍ਰਿਤਾ ਪ੍ਰੀਤਮ ਦਾ ਇੱਕ ਸੁਣਾਵਾਂ। ਉਹਨੇ ਨਵੇਂ ਸਾਲ ਦੇ ਲਈ ਇਹ ਕਿਹਾ ਕਿ ਸਮੇਂ ਨੇ ਪਾਸਾ ਪਰਤਿਆ। ਸਮੇਂ ਨੇ ਪਾਸਾ ਪਰਤਿਆ। ਹੈਪੀ ਨਿਊ ਈਅਰ। ਸਮੇਂ ਨੇ ਪਾਸਾ ਪਰਤਿਆ ਤੇ ਮੁੜ ਕੇ ਇਸ ਮੁਹਾਟ ਤੇ ਮੈਂ ਦੀਵਾ ਲਿਆ ਕੇ ਰੱਖਿਆ 365 ਬੱਤੀਆਂ ਬਾਲ ਕੇ। ਵਾਹ। ਠੀਕ ਹੈ। ਇਹਦੇ 'ਚ ਹੁਣ ਜਿਹੜਾ ਮੁਹਾਟ ਹੈ ਉਹ ਹੁਣ ਸਾਡੇ ਸ਼ਹਿਰਾਂ 'ਚ, ਸਾਡੇ ਘਰਾਂ 'ਚ ਨਹੀਂ ਹੈ, ਨਹੀਂ ਹੈ, ਨਾ ਬਣਦਾ ਹੈ। ਇੱਕ ਹੁੰਦਾ ਸੀ ਤਾਕਚਾ, ਜਿਹਦੇ ਵਿੱਚ ਕਿ ਦੀਵਾ ਰੱਖਿਆ ਜਾਂਦਾ ਸੀ ਰੋਸ਼ਨੀ ਵਾਸਤੇ। ਤੇ ਇੱਕ ਹੁੰਦਾ ਸੀ ਜਿਹੜਾ ਕਿ ਦੀਵਾਰ ਦੇ ਵਿੱਚੋਂ ਐਂਡ ਕਰਕੇ ਨਾ ਅੱਧੀ ਕੋਈ ਇੱਟ ਬਾਹਰ ਨਿਕਲੀ ਹੋਈ, ਉਹ ਬਕਾਇਦਾ ਡਿਜ਼ਾਈਨਿੰਗ ਵਾਲੀ ਇੱਟ ਹੁੰਦੀ ਸੀ, ਉਹਦੇ ਉੱਤੇ ਵੀ ਦੀਵਾ ਰੱਖਿਆ ਜਾਂਦਾ ਸੀ। ਉਹ ਤਾਕਚਾ ਨਹੀਂ ਸੀ ਹੁੰਦਾ, ਉਹਨੂੰ ਮੁਹਾਟ ਕਹਿੰਦੇ ਨੇ। ਉਹ ਮੁਹਾਟ ਕੇ ਉਹਦੇ ਉੱਤੇ ਦੀਵਾ ਬਾਲੇ। ਸਾਡੇ ਕੈਸੇ ਖੂਬਸੂਰਤ ਲਫ਼ਜ਼ ਨੇ ਸਾਡੇ, ਯਾਨੀ ਕਿ ਹੁਣ ਅਸੀਂ ਨਾ ਉਰਦੂ ਦੀ ਉਸ ਤਰ੍ਹਾਂ ਦੀ ਵੰਡ ਕੱਢ ਪਾ ਰਹੇ ਹਾਂ, ਨਾ ਪੰਜਾਬੀ ਜ਼ਬਾਨ ਦੀ ਉਸ ਤਰ੍ਹਾਂ ਦੀ ਵੰਡ ਕੱਢ ਪਾ ਰਹੇ। ਹੋਰ ਸਾਨੂੰ ਇਹਦੇ ਹਵਾਲੇ ਦੇ ਨਾਲ ਕੋਈ ਗੱਲਾਂ ਸੁਣਾਓ। ਹੋਰ ਸਾਨੂੰ ਦੱਸੀਏ ਤੁਹਾਨੂੰ। ਇੱਕ ਸ਼ੇਰ ਹੈ ਗਾਲਬਨ ਅਲਾਮਾ ਯਾਕੂਬ ਅਨਵਰ ਸਾਹਿਬ ਦਾ। ਉਹ ਫਰਮਾਉਂਦੇ ਨੇ ਕਿ ਪਿਆਰ ਦੀ ਕਾਂਜਣ ਮੋਢਿਆਂ ਉੱਤੇ। ਪਿਆਰ ਦੀ ਕਾਂਜਣ ਮੋਢਿਆਂ ਉੱਤੇ। ਪਿਆਰ ਦੀ ਕਾਂਜਣ ਮੋਢਿਆਂ ਉੱਤੇ, ਤੂੰ ਮੈਂ ਇੱਕੋ ਖੂਹ ਦੇ ਚੰਨੇ। ਵਾਹ। ਤੇ ਪਿਆਰ ਦੀ ਕਾਂਜਣ ਉਹਨਾਂ ਨੇ ਜਿਸ ਚੀਜ਼ ਨੂੰ ਕਿਹਾ, ਕਾਂਜਣ ਹੁੰਦੀ ਸੀ ਜਿੱਥੇ ਖੂਹ ਵਗਦੇ ਸਨ, ਚਰਖੜੀ ਵਾਲੇ, ਜਿਹੜਾ ਪਾਣੀ ਕੱਢਿਆ ਜਾਂਦਾ ਸੀ ਬੋਕੇ ਦੇ ਨਾਲ, ਤੇ ਉਹ ਜਿਹੜੀ ਉੱਪਰ ਸ਼ਤੀਰ ਪਿਆ ਹੁੰਦਾ ਸੀ ਨਾ ਉਹਦੇ, ਉਹ ਕਾਂਜਣ ਹੈ। ਕਾਂਜਣ। ਤੇ ਜਿਹੜਾ ਦੋ ਸਪੋਰਟਾਂ ਹੁੰਦੀਆਂ ਸਨ, ਜਿਹੜੇ ਥੰਮ ਹੁੰਦੇ ਸਨ ਬਣੇ ਹੋਏ, ਜਿਨ੍ਹਾਂ ਦੇ ਉੱਤੇ ਉਹ ਕਾਂਜਣ ਹੁੰਦੇ ਸੀ, ਉਹ ਚੰਨੇ ਹੁੰਦੇ ਸਨ। ਉਹ ਚੰਨੇ ਲਾਏ ਹੁੰਦੇ। ਜੀ। ਹੁਣ ਜਿਹੜੇ ਪੁਰਾਣੇ ਲੋਕੀ ਨੇ ਉਹਨਾਂ ਨੂੰ ਇਹ ਚੀਜ਼ਾਂ ਜਿਹੜੀਆਂ ਨੇ ਥੋੜੀਆਂ ਬਹੁਤ ਯਾਦ ਨੇ, ਕਿਉਂਕਿ ਹੁਣ ਤੇ ਜਦੀਦ ਦੌਰ ਆ ਗਿਆ, ਇਹਦੇ ਵਿੱਚ ਇਹ ਚੀਜ਼ਾਂ ਇਸਤੇਮਾਲ ਨਹੀਂ ਹੁੰਦੀਆਂ। ਜੀ ਹਾਂ। ਤੇ ਜਦੀਦ ਦੌਰ ਦੇ ਵਿੱਚ ਵੀ ਤੁਹਾਨੂੰ ਕੋਈ ਨਜ਼ਰ ਆਉਂਦਾ ਹੈ ਕਿ ਪੰਜਾਬੀ ਦੀ ਵੰਡ ਜਾਂ ਸਾਡੀ ਜਿਹੜੇ ਅਦਬੀ ਲੋਕ ਨੇ, ਉਹ ਗੁਜਰਾਂਵਾਲਾ ਦੇ ਵਿੱਚ ਕੋਈ ਨਾਂ ਜਿਹੜਾ ਤੁਹਾਨੂੰ ਕੋਈ ਨਜ਼ਰ ਆ ਰਿਹਾ ਇਸ ਬਾਰੇ? ਗੁਜਰਾਂਵਾਲੇ 'ਚ ਲੋਕ ਪੰਜਾਬੀ ਲਈ ਬੜਾ ਕੰਮ ਕਰ ਰਹੇ ਨੇ, ਔਰ ਪੰਜਾਬੀ ਦੇ ਮਤਰੂਕ ਜਿਹੜੇ ਅਲਫਾਜ਼ ਨੇ ਸਾਡੇ ਏਰੀਏ 'ਚ,
ਸਾਡੇ ਏਰੀਏ 'ਚ ਮੈਂ ਇਸ ਲਈ ਕਹਿ ਰਿਹਾ ਹਾਂ ਕਿ ਸਾਡੇ ਇਲਾਕੇ 'ਚ ਲੋਕ ਜ਼ਿਆਦਾ ਜਿਹੜਾ ਨਾ ਉਹ ਤਾਲੀਮ ਦਾ ਚਲਨ ਹੋ ਗਿਆ ਔਰ ਇੰਗਲਿਸ਼ ਮੀਡੀਅਮ ਦਾ ਚਲਨ ਹੋ ਗਿਆ, ਤੇ ਉਹਦੇ ਲਈ ਫਿਰ ਹੁੰਦਾ ਨਤੀਜਾ ਇਹ ਹੀ ਨਿਕਲਦਾ ਹੁੰਦਾ ਕਿ ਫਿਰ ਜਿਹੜੀਆਂ ਅਕਦਾਰ ਹੁੰਦੀਆਂ ਨੇ ਉਹ ਪਿੱਛੇ ਰਹਿ ਜਾਂਦੀਆਂ ਨੇ, ਤੇ ਜਿਹੜੇ ਨਵੇਂ ਰਿਵਾਜ ਹੁੰਦੇ ਨੇ ਉਹ ਅੱਗੇ ਨਿਕਲ ਆਉਂਦੇ ਨੇ। ਠੀਕ ਹੈ। ਤੇ ਉਹ ਜਿਹੜੇ ਲੋਕ ਜਿਹੜੇ ਉਹ ਮਤਲੂਕ ਅਲਫਾਜ਼ ਨੇ ਜਿਹੜੇ ਚੰਦ ਦਿਹਾਈਆਂ ਤੱਕ ਪਿੱਛੇ ਤੱਕ ਇਸਤੇਮਾਲ ਹੁੰਦੇ ਰਹੇ ਨੇ, ਉਹ ਲਫ਼ਜ਼ ਜਿਹੜੇ ਨੇ ਉਹਨਾਂ ਨੂੰ ਵਰਤ ਕੇ ਤਾਂ ਕਿ ਲੋਕ ਉਹਨਾਂ ਦੀ ਪਹਿਚਾਣ ਕਰ ਸਕਣ। ਬਿਲਕੁਲ ਸਹੀ। ਜਿਸ ਤਰ੍ਹਾਂ ਸਾਡੇ ਇੱਕ ਕਾਜ਼ੀਕੋਟ ਦੇ ਸ਼ਾਇਰ ਨੇ ਤਾਰਿਕ ਫਿਆਜ਼ੀ ਸਾਹਿਬ, ਉਹ ਲਿਖਦੇ ਹੀ ਪੰਜਾਬੀ ਨੇ ਔਰ ਪੰਜਾਬੀ ਦੇ ਵਿੱਚ ਉਹ ਐਸੇ ਪਿਆਰੇ ਅਲਫਾਜ਼ ਜਿਹੜੇ ਨੇ ਉਹ ਇਕੱਠੇ ਕਰਕੇ ਲਿਆਂਦੇ ਨੇ। ਜਿਸ ਤਰ੍ਹਾਂ ਕਿ ਇੱਕ ਲਫ਼ਜ਼ ਹੈ, ਮੈਨੂੰ ਸ਼ੇਰ ਨਹੀਂ ਉਹਨਾਂ ਦਾ ਯਾਦ, ਉਹਦੇ 'ਚ ਉਹਨਾਂ ਨੇ ਲਫ਼ਜ਼ ਇਸਤੇਮਾਲ ਕੀਤਾ ਡੁਸਕਾਰਾ। ਡੁਸਕਾਰਾ, ਹਾਂਜੀ। ਤੇ ਡੁਸਕਾਰੇ ਭਰਨਾ ਇਹ ਸਾਡੇ ਜਿਹੜੇ ਮੇਰਾ ਤਾਲੁਕ ਚੁੱਕੇ ਮੇਰੇ ਵੱਡਿਆਂ ਦਾ ਤਾਲੁਕ ਲੁਧਿਆਣੇ ਨਾਲੇ, ਉਹ ਬੁਸਕਣਾ ਕਹਿੰਦੇ ਸਨ। ਬੁਸਕਣਾ, ਜਦੋਂ ਬੱਚਾ ਰੋ ਨਹੀਂ ਰਿਹਾ ਹੁੰਦਾ, ਹਾਂ, ਰੋ ਕੇ ਹਟ ਗਿਆ ਹੁੰਦਾ, ਹੂੰ, ਲੇਕਿਨ ਉਹਦੇ ਅੰਦਰ ਉਹ ਦੁੱਖ ਤਕਲੀਫ ਮੌਜੂਦ ਹੈ, ਹੋਕੇ ਭਰਦਾ, ਜਿਹੜੇ ਉਹ ਹੋਕੇ ਭਰਦਾ ਉਹ ਡੁਸਕਾਰੇ ਨੇ। ਬਿਲਕੁਲ ਸਹੀ। ਯਾਨੀ ਕਿ ਲਫ਼ਜ਼ਾਂ ਦੇ ਨਾਲ ਵੀ ਪੂਰਾ ਫਲਸਫਾ ਵੀ ਬਿਆਨ ਹੋ ਰਿਹਾ ਹੁੰਦਾ ਹੈ। ਉਹ ਜ਼ਾਹਰ ਹੈ ਬੈਕਗਰਾਉਂਡ ਜੇ ਉਹਨਾਂ ਦਾ ਨਾਮ ਬਿਆਨ ਕਰੀਏ, ਅਸੀਂ ਪਸ ਮੰਜ਼ਰ ਨਾ ਦੱਸੀਏ ਤੇ ਫਿਰ ਉਹ ਲਫ਼ਜ਼ ਸੁਣਨ ਵਾਲੇ ਲਈ ਕੁਝ ਵੀ ਨਹੀਂ। ਦਾਸਤਾਨ ਗੋਈ ਪਾਕਿਸਤਾਨ ਦੇ ਵਿੱਚ ਮੁੱਕਦੀ ਜਾ ਰਹੀ ਹੈ ਜੀ। ਤੇ ਅੱਛਾ, ਮੈਂ ਪਹਿਲੇ ਤੁਹਾਡੇ ਸਵਾਲ ਦੇ ਹਵਾਲੇ ਨਾਲ ਨਾ ਡਾਕਟਰ ਅਹਿਸਾਨੁੱਲਾ ਤਾਹਿਰ ਸਾਹਿਬ ਦਾ ਨਾਮ ਲਵਾਂ। ਡਾਕਟਰ ਅਹਿਸਾਨੁੱਲਾ ਤਾਹਿਰ ਸਾਹਿਬ ਪੰਜਾਬੀ ਲਈ ਬਹੁਤ ਅੱਛਾ ਕੰਮ ਕਰ ਰਹੇ ਨੇ। ਅਸੀਂ ਖੈਰ ਹੋਰ ਵੀ ਬਹੁਤ ਸਾਰੇ ਲੋਕ ਨੇ। ਕੋਸ਼ਿਸ਼ ਕਰਾਂਗੇ ਕਿ ਡਾਕਟਰ ਅਹਿਸਾਨੁੱਲਾ ਤਾਹਿਰ ਸਾਹਿਬ ਨਾਲ ਵੀ ਇੱਕ ਸਿਟਿੰਗ ਕਰੀਏ ਤੇ ਪੰਜਾਬੀ ਜ਼ੁਬਾਨ ਦੇ ਉੱਤੇ ਗੁਜਰਾਂਵਾਲੇ ਦੇ ਵਿੱਚ ਜ਼ੁਲਫਕਾਰ ਹਾਸ਼ਮੀ ਸਾਹਿਬ ਨੇ, ਫਿਰ ਡਾਕਟਰ ਅਹਿਸਾਨੁੱਲਾ ਤਾਹਿਰ ਸਾਹਿਬ ਨੇ, ਕੁਝ ਸਾਡੇ ਪ੍ਰੋਫੈਸਰ ਹਜ਼ਰਾਤ ਵੀ ਨੇ, ਬਲਕਿ ਗੁਜਰਾਂਵਾਲਾ ਜਿਹੜਾ ਪੰਜਾਬੀ ਜ਼ੁਬਾਨ ਦੇ ਹਵਾਲੇ ਨਾਲ ਇੱਕ ਅੰਜਮਨ ਵੀ ਬਣਾਈ ਹੋਈ ਹੈ, ਉਹਦੇ ਵਿੱਚ ਵੀ ਬੜੀ ਜ਼ਿਆਦਾ ਤਾਦਾਦ ਦੇ ਵਿੱਚ ਲੋਕ ਜਿਹੜੇ ਨੇ ਉਹ ਕੰਮ ਕਰ ਰਹੇ ਨੇ। ਤੇ ਸਾਡੀ ਇਹ ਕੋਸ਼ਿਸ਼ ਵੀ ਹੈ, ਇਸ ਪਲੇਟਫਾਰਮ ਤੋਂ ਵੀ ਕੋਸ਼ਿਸ਼ ਹੈ ਕਿ ਅਸੀਂ ਪੰਜਾਬੀ ਜ਼ੁਬਾਨ ਨੂੰ ਕਿਸੇ ਨਾ ਕਿਸੇ ਹੱਦ ਤੱਕ ਪ੍ਰਮੋਟ ਕਰੀਏ, ਤੇ ਉਹ ਇਨਸ਼ਾਅੱਲਾ ਅਸੀਂ ਕਰਾਂਗੇ। ਤੇ ਦਾਸਤਾਨ ਗੋਈ ਦੇ ਉੱਤੇ ਮੈਂ ਤੁਹਾਨੂੰ ਸਵਾਲ ਕਰਨਾ ਚਾਹ ਰਿਹਾ ਸੀ ਕਿ ਦਾਸਤਾਨ ਗੋਈ ਜਿਹੜੀ ਹੈ ਉਹ ਕਿਸ ਹੱਦ ਤੱਕ ਰਹਿ ਗਈ ਹੈ? ਦਾਸਤਾਨ ਗੋਈ ਦੀ ਗੱਲ ਹੈ ਕਿ ਨਾਲੇ ਕੋਈ ਸਾਨੂੰ ਸੋਹਣੀ ਜੀ ਦਾਸਤਾਨ ਵੀ ਸੁਣਾਓ ਜਿਹਦੇ ਨਾਲ ਕੋਈ ਸਾਨੂੰ ਮੌਜੂਦਾ ਹਾਲਾਤ ਤੇ ਸੂਰਤ ਹਾਲ ਜਿਹੜੀ ਹੋਈ ਸਮਝ। ਜੀ ਮੈਂ ਇਨਸ਼ਾਅੱਲਾ ਕੋਸ਼ਿਸ਼ ਕਰਨਾ ਵਾ ਕਿ ਤੁਹਾਨੂੰ ਇੱਕ ਐਸੀ ਗੱਲ ਸੁਣਾਈ ਜਾਏ ਜਿਹੜੀ ਤੁਹਾਨੂੰ ਲੱਗੇ ਕਿ ਇਹ ਗੱਲ ਅੱਜ ਦੀ ਹੈ। ਦਾਸਤਾਨ ਗੋਈ ਜਿਹੜੀ ਹੈ ਨਾ, ਉਹਦੇ 'ਚ ਇਹ ਵੇ ਕਿ ਸਾਡੇ ਜਿਹੜੇ ਸ਼ੁਆਰਾ ਨੇ ਜੀ ਉਹਨਾਂ ਦੇ ਨਾਲ ਇੱਕ ਗਿਲਾ ਵੀ ਇੱਥੇ ਬਣਦਾ ਹੈ ਕਿ ਉਹਨਾਂ ਨੇ ਨਜ਼ਮ ਕਹਿਣਾ ਛੱਡ ਦਿੱਤਾ ਹੈ। ਅੱਛਾ। ਗਜ਼ਲ ਦੇ ਮੈਦਾਨ ਵਿੱਚ ਜਿਹੜਾ ਨਾ ਉਹ ਜ਼ਿਆਦਾ ਲੋਕ ਫਿਰਦੇ ਨੇ ਪਏ, ਤੇ ਜਿਹੜੀ ਆਜ਼ਾਦ ਨਜ਼ਮ ਹੈ ਜਿਹਨੂੰ ਪਤਾ ਨਹੀਂ ਕਿਉਂ ਲੋਕ ਨਜ਼ਮ ਸਮਝਦੇ ਨੇ, ਤੇ ਹਾਲਾਂਕਿ ਵਿੱਚ ਹੈ ਵੀ ਨੇ ਨਜ਼ਮਾਂ। ਸਾਡੇ ਜਿਹੜੇ ਸ਼ੁਆਰਾ ਨਜ਼ਮਾਂ ਕਹਿਣਾ ਛੱਡ ਗਏ ਨੇ ਨਾ, ਉਸ ਤੋਂ ਪਤਾ ਲੱਗਦਾ ਕਿ ਦਾਸਤਾਨ ਗੋਈ ਦਾ ਵੀ ਜਿਹੜਾ ਨਾ ਐਡਾ ਜ਼ੌਕ ਨਹੀਂ ਰਿਹਾ। ਠੀਕ ਹੈ। ਗੋ ਕੇ ਅਫਸਾਨਾ ਲਿਖਣ ਵਾਲੇ ਬੜੇ ਨੇ, ਉਹ ਬੜਾ ਸੋਹਣਾ ਲਿਖਦੇ ਨੇ ਪਏ। ਮੁਜਾਹਿਦ ਅੰਬਰ ਆਵਾਨ ਬੜਾ ਅੱਛਾ ਲਿਖਦਾ ਹੈ, ਰਾਣਾ ਅਨਵਰ ਸਾਹਿਬ ਬਹੁਤ ਅੱਛਾ ਲਿਖਦੇ ਨੇ, ਸ਼ਾਹਿਦ ਜਮੀਲ ਨੇ, ਹੋਰ ਬੜੇ ਨਾਮ ਨੇ ਮਾਸ਼ਾਅੱਲਾ। ਗੁਜਰਾਂਵਾਲੇ ਸ਼ਹਿਰ ਭਰਿਆ ਪਿਆ ਇਸ ਹਵਾਲੇ ਨਾਲ, ਬੜਾ ਅੱਛਾ ਲਿਖਦੇ ਨੇ, ਲੇਕਿਨ ਅਫਸਾਨੇ ਵੱਲ ਤਵੱਜੋ ਜ਼ਿਆਦਾ ਹੈ। ਤੇ ਦਾਸਤਾਨ ਗੋਈ ਜਿਹੜੀ ਨਾ ਉਹਦਾ ਜ਼ੌਕ ਘਟਦਾ ਜਾ ਰਿਹਾ। ਤੁਸੀਂ ਕੋਈ ਪੁਰਾਣੀ ਦਾਸਤਾਨ ਸੁਣਾਓ ਤਾਂ ਕਿ ਕੋਈ ਸ਼ੌਕ ਪੈਦਾ ਹੋਵੇ ਉਹਦੇ ਬਾਰੇ। ਜੀ, ਸਾਡੇ ਇੱਕ ਬੜੇ ਅੱਛੇ ਲਿਖਾਰੀ ਪਾਕਿਸਤਾਨ ਦੇ ਇਮਤਿਆਜ਼ ਅਲੀ ਤਾਜ, ਸਹੀ, ਉਹਨਾਂ ਨੂੰ ਬਚਪਨ 'ਚ ਪੜ੍ਹਿਆ ਤੇ ਉਹਨਾਂ ਨੇ ਇੱਕ ਦਾਸਤਾਨ ਲਿਖੀ, ਦਾਸਤਾਨ ਅਮੀਰ ਹਮਜ਼ਾ। ਗੋ ਕਿ ਉਹਨਾਂ ਨੇ ਤਰਜਮਾ ਹੀ ਕੀਤਾ ਫਾਰਸੀ ਤੋਂ, ਫਾਰਸੀ 'ਚ ਵੀ ਅਰਬੀ ਤੋਂ ਹੋਇਆ। ਅਲਫ ਲੈਲਾ ਦੀ ਦਾਸਤਾਨ ਹੈ, ਤੇ ਉਹ ਉਹਨਾਂ ਨੇ ਉਰਦੂ 'ਚ ਤਰਜਮਾ ਕਰਕੇ ਬੱਚਿਆਂ ਲਈ ਆਸਾਨ ਕਰਕੇ, ਤੇ ਦਾਸਤਾਨ ਅਮੀਰ ਹਮਜ਼ਾ ਔਰ ਤਿਲਸਮੇ ਹੋਸ਼ਰੁਬਾ, ਇਹ ਪੰਜ ਜਿਲਦਾਂ ਦੀਆਂ ਦੋ ਜਿਹੜੀਆਂ ਨੇ ਉਹ ਲਿਖੀਆਂ ਬੱਚਿਆਂ ਵਾਸਤੇ। ਔਰ ਮੈਂ ਸਮਝਦਾ ਵਾ ਕਿ ਇਹ ਬੱਚਿਆਂ ਨੂੰ ਜ਼ਰੂਰ ਪੜ੍ਹਾਉਣੀਆਂ ਚਾਹੀਦੀਆਂ। ਠੀਕ ਹੈ। ਅਗਰ ਤੁਸੀਂ ਚਾਹੁੰਦੇ ਹੋ ਕਿ ਉਹ ਉਰਦੂ ਉਹਨਾਂ ਦੀ। ਉਹਦਾ ਮੈਂ ਇੱਕ ਛੋਟਾ ਜਿਹਾ ਵਾਕਿਆ ਸੁਣਾ ਦੇਣਾ ਜਿਹੜਾ ਉਹਦੇ 'ਚ ਹੈਗਾ ਕਿ ਇੱਕ ਬੰਦਾ ਜਿਹੜਾ ਕਿ ਬਹੁਤ ਵੱਡਾ ਕੋਈ ਮੁਜਰਮ ਸੀ, ਫੜਿਆ ਗਿਆ, ਨੌਸ਼ੇਰਵਾਂ ਆਦਲ ਦੇ ਉਹ ਦਰਬਾਰ 'ਚ ਪੇਸ਼ ਹੋਇਆ, ਤੇ ਨੌਸ਼ੇਰਵਾਂ ਆਦਲ ਨੇ ਜਨਾਬ ਉਹਨੂੰ ਸਾਰਾ ਉਹਦੀ ਫਰਜ਼ੇ ਜੁਰਮ ਸੁਣ ਕੇ
ਤੇ ਉਹਨੂੰ ਫਾਂਸੀ ਦਾ ਹੁਕਮ ਦੇ ਦਿੱਤਾ। ਤੇ ਫਾਂਸੀ ਦੇ ਹੁਕਮ ਤੋਂ ਬਾਅਦ ਜਿਹੜਾ ਨਾ ਉਸ ਬੰਦੇ ਨੇ ਜਦੋਂ ਉਹਨੂੰ ਪੁੱਛਿਆ ਗਿਆ ਕਿ ਤੇਰੀ ਆਖਰੀ ਖੁਆਇਸ਼, ਉਹਨੇ ਕਿਹਾ ਜੀ ਮੇਰੀ ਆਖਰੀ ਖੁਆਇਸ਼ ਇਹ ਵੇ ਕਿ ਮੈਂ ਜਾਣਨਾ ਵਾਂ ਪਰਿੰਦਿਆਂ ਦੀ ਤੇ ਜਾਨਵਰਾਂ ਦੀ ਬੋਲੀ। ਅਗਰ ਮੈਂ ਮਰ ਗਿਆ ਤੇ ਮੇਰੇ ਨਾਲ ਹੀ ਇਹ ਜਿਹੜਾ ਨਾ ਫਨ ਖਤਮ ਹੋ ਜਾਏਗਾ ਦੁਨੀਆ ਤੋਂ। ਠੀਕ ਹੈ। ਲਿਹਾਜ਼ਾ ਇਹ ਕਿ ਫਾਂਸੀ ਤੇ ਤੁਸੀਂ ਮੈਨੂੰ ਦੇਣੀ ਹੈ ਤੇ ਮੈਨੂੰ ਕੋਈ ਐਸਾ ਬੰਦਾ ਦੇ ਦਿਓ ਕਿ ਜਿਹਨੂੰ ਮੈਂ ਇਹ ਸਿਖਾ ਸਕਾਂ। ਹੁਣ ਬਾਦਸ਼ਾਹ ਨੇ ਜਦੋਂ ਆਪਣੇ ਦਰਬਾਰ 'ਚ ਗੌਰ ਕੀਤਾ ਤੇ ਉਹਨੂੰ ਇੱਕ ਹੀ ਬੰਦਾ ਵਿਹਲਾ ਨਜ਼ਰ ਆਇਆ, ਉਹ ਉਹਦਾ ਨਜੂਮੀ ਸੀ। ਠੀਕ ਹੈ। ਬਜ਼ੁਰਗ ਮਿਹਰ। ਉਹਨੇ ਬਜ਼ੁਰਗ ਮਿਹਰ ਨੂੰ ਕਿਹਾ ਕਿ ਭਾਈ ਤੂੰ ਇਸ ਬੰਦੇ ਨੂੰ ਨਾਲ ਲੈ ਜਾ, ਨਜ਼ਰਬੰਦ ਰੱਖ ਔਰ ਇਹਦੇ ਕੋਲੋਂ ਬੋਲੀ ਸਿੱਖ। ਕਿੰਨਾ ਟਾਈਮ ਲੱਗੇਗਾ? ਉਹਨੇ ਕਿਹਾ ਜੀ 2 ਸਾਲ ਲੱਗ ਜਾਣਗੇ। ਖੈਰ ਉਹਨੇ ਕਿਹਾ 2 ਸਾਲ ਲਈ ਮੈਂ 2 ਸਾਲ ਬਾਅਦ ਤੇਰੇ ਕੋਲੋਂ ਇਹ ਬੰਦਾ ਲੈ ਕੇ ਤੇ ਫਾਹੇ ਚਾੜ ਦਿਆਂਗਾ। ਅੱਛਾ ਉਹ ਬੰਦਾ ਚਲਾ ਗਿਆ। ਬਜ਼ੁਰਗ ਮੇਰ ਨੇ ਉਹਨੂੰ ਜਾ ਕੇ ਕੈਦ ਕਰ ਲਿਆ, ਆਪਣੇ ਘਰ 'ਚ ਨਜ਼ਰਬੰਦ ਕਰ ਲਿਆ, ਪਹਿਰਾ ਬਿਠਾਤਾ। ਉਹਨੂੰ ਕੋਈ ਹਫ਼ਤਾ ਕੋ ਟਾਈਮ ਨਾ ਲੱਗਾ, ਹਫ਼ਤੇ ਬਾਅਦ ਉਹਨੇ ਬੁਲਾਇਆ। ਉਹਨੇ ਕਿਹਾ ਹਾਂ ਭਾਈ ਉਹ ਬੋਲੀ। ਉਹਨੇ ਕਿਹਾ ਟਾਈਮ ਨਹੀਂ ਆਇਆ ਭਾਈ, ਉਹਦੇ ਲਈ ਮਖਸੂਸ ਟਾਈਮ ਹੁੰਦਾ ਹੈ, ਜਦੋਂ ਹੋਏਗਾ ਮੈਂ ਤੁਹਾਨੂੰ ਦੱਸਾਂਗਾ। ਫਿਰ ਕੋਈ ਹਫ਼ਤਾ ਲੰਘਿਆ, ਫਿਰ ਉਹਨੇ ਬੁਲਾਇਆ, ਫਿਰ ਉਹਨੇ ਟਾਲਤਾ। 3-4 ਵਾਰੀ ਟਾਲਿਆ ਤੇ ਉਹਨੇ ਕਿਹਾ ਗੱਲ ਕੀ ਹੈ ਜਿਹੜੀ ਅਸਲ ਉਹ ਮੈਨੂੰ ਦੱਸ। ਜਦੋਂ ਬੰਦਾ ਮਜਬੂਰ ਹੋ ਗਿਆ ਦੱਸਣ ਤੇ ਉਹਨੇ ਦੱਸਿਆ। ਉਹਨੇ ਆਖਿਆ ਗੱਲ ਹੈ ਵੇ ਕਿ ਮੈਂ ਸਿਰਫ 2 ਸਾਲ ਆਪਣੀ ਜ਼ਿੰਦਗੀ ਵਧਾਈ ਹੈ। ਠੀਕ ਹੈ। ਵਰਨਾ ਜਾਨਵਰਾਂ ਦੀ ਬੋਲੀ ਕੌਣ ਜਾਣਦਾ ਹੈ? ਠੀਕ ਹੋ ਗਿਆ। ਕੌਣ ਸੁਣ ਸਕਦਾ, ਕੌਣ ਸਿੱਖ ਸਕਦਾ? ਬਜ਼ੁਰਗ ਮੇਰੇ ਨੂੰ ਨਾ ਹਾਸਾ ਆ ਗਿਆ ਉਹਦੀ ਗੱਲ ਸੁਣ ਕੇ। ਉਹਨੇ ਕਿਹਾ ਅੱਛਾ ਚੱਲ ਤੇਰੀ ਖੁਆਇਸ਼ 2 ਸਾਲ ਲਈ ਤੇਰੀ ਜ਼ਿੰਦਗੀ ਵਧੀ ਰਹੇ। ਖੈਰ ਉਹ ਵਕਤ ਲੰਘ ਗਿਆ, ਸਾਲ 1.5 ਸਾਲ ਦਾ ਅਰਸਾ ਲੰਘ ਗਿਆ। ਨੌਸ਼ੇਰਵਾਂ ਇੱਕ ਦਿਨ ਸ਼ਿਕਾਰ ਤੇ ਨਿਕਲਿਆ। ਇਹ ਉਹ ਦੌਰ ਸੀ ਕਹਾਣੀ ਦੇ ਮੁਤਾਬਕ ਕਿ ਨੌਸ਼ੇਰਵਾਂ ਜਿਹੜਾ ਨਾ ਉਹਦਾ ਸੈਰੋ ਸ਼ਿਕਾਰ ਵੱਲ ਜ਼ਿਆਦਾ ਤਵੱਜੋ ਸੀ ਔਰ ਅਵਾਮੁਨ ਨਾਸ ਕਿਸ ਹਾਲ 'ਚ ਇਸ ਗੱਲ ਵੱਲ ਕੋਈ ਧਿਆਨ ਨਹੀਂ ਸੀ। ਰਿਆਇਆ ਮਰਦੀ ਏ, ਭੁੱਖੀ ਏ, ਡਾਕੇ ਪੈਂਦੇ ਨੇ ਪਏ, ਲੁੱਟੇ ਜਾ ਰਹੇ, ਕੋਈ ਪਰਵਾਹ ਨਹੀਂ। ਉਹਨੂੰ ਆਪਣੇ ਸੈਰੋ ਸਿਆਰ, ਨਵਾਂ ਨਵਾਂ ਬਾਦਸ਼ਾਹ ਬਣਿਆ ਸੀ, ਨੌਜਵਾਨ ਸੀ। ਠੀਕ ਹੈ। ਇੱਕ ਦਿਨ ਉਹ ਨਿਕਲੇ ਨੇ ਸੈਰ ਤੇ ਸ਼ਿਕਾਰ ਦੇ ਸ਼ੌਕ 'ਚ, ਦੂਰ ਵੀਰਾਨੇ 'ਚ ਪਹੁੰਚੇ ਤੇ ਬਹੁਤ ਉਜਾੜ ਜਗ੍ਹਾ ਹੈ। ਤੇ ਉੱਥੇ ਜਾ ਕੇ ਉਹਨਾਂ ਨੇ ਪੜਾਓ ਕੀਤਾ ਤੇ ਇੱਕ ਪਾਸੇ ਧਿਆਨ ਪਿਆ ਤੇ 2 ਉੱਲੂ ਬੈਠੇ ਨੇ ਇੱਕੋ ਹੀ ਸ਼ਾਖ ਤੇ। ਵੈਸੇ तो किसी शायर ने कितना सोना किया कि बर्बाद गुलिस्तां करने को एक ही उल्लू काफ़ी था। हर शाख पे उल्लू बैठा है। ठीक है। हर शाख पे उल्लू बैठा है, अंजामे गुलिस्तां क्या होगा। तो ਉਹਨੇ ਵੇਖਿਆ ਕਿ 2 ਉੱਲੂ ਬੈਠੇ ਨੇ ਤੇ ਕੁਕੂ 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 ਆਪਣੀ ਜ਼ੁਬਾਨ 'ਚੋਂ ਗੁਫ਼ਤਗੂ ਕਰ ਰਹੇ ਨੇ। ਉਹਨੂੰ ਖਿਆਲ ਆਇਆ, ਉਹਨੇ ਕਿਹਾ ਬਜ਼ੁਰਗ ਮੇਰ ਨੂੰ ਬੁਲਾਓ। ਉਹ ਬਜ਼ੁਰਗ ਮੇਰ ਨੂੰ ਬੁਲਾਇਆ ਗਿਆ। ਉਹਨਾਂ ਨੇ ਕਿਹਾ ਵੀ ਇਹ ਉੱਲੂ ਕੀ ਗੁਫ਼ਤਗੂ ਕਰ ਰਹੇ ਨੇ, ਇਹ ਸੁਣ ਕੇ ਮੈਨੂੰ ਦੱਸ ਕਿ ਤੂੰ ਜੋ ਸਿੱਖਦਾ ਰਿਹਾ। ਠੀਕ ਹੈ। ਬਜ਼ੁਰਗ ਮੇਰ ਬਹੁਤ ਕਾਈਆਂ ਆਦਮੀ ਸੀ, ਸਮਝਦਾਰ, ਮਾਮਲਾ ਫਹਿਮ, ਸਿਆਸੀ ਆਦਮੀ। ਅੱਛਾ ਇੱਥੇ ਮੈਂ ਦੱਸ ਦਿਆਂ ਕਿ ਸਿਆਸੀ ਦਾ ਮਤਲਬ ਕੋਈ ਗਵਰਨਮੈਂਟ ਦੇ ਅਦਾਰਿਆਂ ਨੂੰ ਚਲਾਉਣ ਵਾਲਾ ਨਹੀਂ ਹੁੰਦਾ। ਸਿਆਸੀ ਦਾ ਬੁਨਿਆਦੀ ਮਾਨਾ ਹੈ ਜਿਹੜਾ ਭਾਂਪ ਲਵੇ। ਠੀਕ ਹੈ। ਤੇ ਉਹ ਸਿਆਸੀ ਆਦਮੀ ਸੀ। ਉਹਨੇ ਮਾਮਲਾ ਭਾਂਪ ਲਿਆ ਤੇ ਉਹਨੇ ਕਿਹਾ ਠੀਕ ਹੈ ਜੀ ਦੱਸ ਤੁਹਾਨੂੰ। ਉਹ ਆਪਣਾ ਸ਼ੇਰਵਾ ਆਪਣੇ ਖੈਮੇ ਚਲਾ ਗਿਆ। ਹੁਣ ਉਹ ਉੱਲੂਆਂ ਨੂੰ ਵੇਖਣ ਡਿਆ ਕਿ ਇਹਨਾਂ ਨੇ ਕੀ ਸਿਆਪਾ ਪਾਤਾ ਨਵਾਂ। ਖੈਰ ਥੋੜੀ ਦੇਰ ਬਾਅਦ ਉਹਨੇ ਬੁਲਾਇਆ। ਹਾਂ ਬਈ ਕੀ ਕਹਿ ਰਹੇ ਨੇ? ਉਹਨੇ ਕਿਹਾ ਸਰਕਾਰ ਇਹ ਉੱਲੂ ਜਿਹੜੇ ਨੇ ਨਾ ਇਹ ਆਪਸ 'ਚ ਕੁੜਮ ਨੇ। ਠੀਕ ਹੈ। ਤੇ ਇਹ ਆਪਣੇ ਧੀ ਤੇ ਪੁੱਤਰ ਦਾ ਰਿਸ਼ਤਾ ਤੈਅ ਕਰ ਰਹੇ ਨੇ ਤੇ ਜਿਹੜਾ ਮੁੰਡੇ ਵਾਲਾ ਹੈ ਨਾ ਉਹ ਕੁੜੀ ਵਾਲੇ ਨੂੰ ਕਹਿ ਰਿਹਾ ਹੈ ਕਿ ਬਈ ਤੂੰ ਮੈਨੂੰ ਕਮ ਅਜ਼ ਕਮ 2 ਵੀਰਾਨੇ ਦੇਗਾ ਨਾ ਐਸ ਵੀਰਾਨੇ ਜਿੱਡੇ। ਠੀਕ ਹੈ। ਜਹੇਜ਼ 'ਚ ਤੇ ਫੇਰ ਮੈਂ ਤੇਰੀ ਕੁੜੀ ਲੈਣੀ ਹੈ। ਤੇ ਦੂਸਰਾ ਉੱਲੂ ਉਹਨੂੰ ਕਹਿ ਰਿਹਾ ਹੈ ਕਿ ਨੌਸ਼ੇਰਵਾਂ ਆਦਲ ਦੀ ਹਕੂਮਤ ਹੈ, ਲੋਕ ਭੁੱਖੇ ਮਰਨ ਦੀ ਵਜ੍ਹਾ ਤੋਂ ਆਬਾਦੀਆਂ ਛੱਡ ਕੇ ਜਾ ਰਹੇ ਨੇ, ਇਹੋ ਜਿਹੇ ਮੈਂ ਤੈਨੂੰ 10 ਵੀਰਾਨੇ ਦੇ ਦਿਆਂਗਾ। ਤੇ ਸਰਕਾਰ ਇਹ ਗੁਫ਼ਤਗੂ ਹੋਈ ਹੈ। ਉਹਨੇ ਸ਼ੇਰਵਾਂ ਨੂੰ ਸੁੱਝ ਗਈ ਕਿ ਇਹ ਗੱਲ ਜਿਹੜੀ ਨਾ ਕਿੱਧਰ ਜਾ ਰਹੀ ਹੈ। ਉਹਨੇ ਕਿਹਾ ਚਲੋ ਵਾਪਸ ਆ ਕੇ ਫਿਰ ਉਹਨੇ ਆਪਣੀ ਆਵਾਮ ਵਾਸਤੇ, ਆਪਣੀ ਰਿਆਇਆ ਵਾਸਤੇ ਇੰਨਾ ਕੁਛ ਕੀਤਾ ਕਿ ਫਿਰ ਰਿਆਇਆ ਖੁਸ਼ਹਾਲ ਹੋ ਗਈ। ਜਿਹੜੇ ਨਸ ਗਏ ਸਨ ਉਹ ਵਾਪਸ ਆ ਗਏ ਔਰ ਹਰ ਬੰਦਾ ਮੁਲਕ ਦੀ ਤਰੱਕੀ 'ਚ ਹਿੱਸੇਦਾਰ ਬਣ ਗਿਆ। ਤੇ ਉਮੀਦ ਅਸੀਂ ਵੀ ਆਈ ਰੱਖਦੇ ਆ ਕਿ ਅਸੀਂ ਵੀ ਮੁਲਕ ਦੇ ਤਰੱਕੀ ਦੇ ਵਿੱਚ ਜੀ ਪਾਕਿਸਤਾਨ ਦੇ ਵਿੱਚੋਂ ਵੀ ਲੋਕ ਭੱਜਦੇ ਜਾ ਰਹੇ ਨੇ।
ਟੈਲੈਂਟ ਹਾਂਜੀ। ਭਜਦਾ ਜਾ ਰਿਹਾ, ਵਿਰਾਨਾ ਵੱਧਦਾ ਜਾ ਵਿਰਾਨੇ ਵੱਧਦੇ ਜਾ ਰਹੇ ਹੁਣ ਨੇ। ਭਾਵੇਂ ਜੇ ਤੁਸੀਂ 10 ਵਿਰਾਨੇ ਦੇ ਦਿਓ। ਜੀ ਯਾਰੀ ਇੱਕ ਗੁਫ਼ਤਗੂ, ਇੱਕ ਦਾਸਤਾਨ ਜਿਹੜੀ ਹੈ ਉਹ ਤੁਹਾਨੂੰ ਜੀ। ਕਿੰਨੇ ਕਿੰਨੇ ਵੱਡੇ ਮੈਸੇਜ ਦਿੰਦੀ ਹੈ, ਜੀ, ਜੀ। ਤੁਹਾਡੀ ਜਿਹੜੀ ਸੋਚ ਹੈ ਉਹਨੂੰ ਤਬਦੀਲ ਹਾਂਜੀ, ਕਰਦੀ ਹੈ। ਤੇ ਬਿਲਕੁਲ। ਸਾਡੀਆਂ ਆਪਣੀਆਂ ਜਿਹੜੀਆਂ ਰਵਾਇਤ ਨੇ, ਜੀ, ਜੀ। ਸਾਡੇ ਆਪਣੀ ਜਿਹੜੇ ਇਸ ਇਲਾਕੇ ਦੇ ਹਵਾਲੇ ਦੇ ਨਾਲ ਅਖਾਣ ਨੇ, ਜ਼ਰਬੁਲ ਮਿਸਲ ਨੇ, ਜੀ। ਉਹ ਸਾਡੀ ਨੌਜਵਾਨ ਨਸਲ ਦੀ ਤਰੱਕੀ, ਫਲਾਹ ਬਹਿਬੂਦ ਜਾਂ ਉਹਨਾਂ ਦੇ ਉਹਦੇ ਵਿੱਚ ਸ਼ਊਰ ਪੈਦਾ ਕਰਨ ਵਾਸਤੇ ਜਿਹੜਾ ਹੈ ਜੀ। ਬਹੁਤ ਜ਼ਰੂਰੀ ਨੇ। ਬਹੁਤ ਸ਼ੁਕਰੀਆ ਸਰ ਤੁਹਾਡੀ ਆਮਦ ਦਾ। ਤੁਹਾਡੇ ਨਾਲ ਮਿਹਰਬਾਨੀ, ਤੁਸੀਂ ਗੁਫ਼ਤਗੂ ਬੁਲਾਇਆ। ਦਾ ਸਿਲਸਿਲਾ ਜਿਹੜਾ ਵੇ ਉਹ ਇਨਸ਼ਾਅੱਲਾ ਜਾਰੀ ਰਹੇਗਾ ਜੀ ਤੇ ਦੁਬਾਰਾ ਵੀ ਤੁਹਾਨੂੰ ਦਾਵਤ ਦੇਵਾਂਗੇ। ਖਾਸ ਮਿਹਰਬਾਨੀ। ਇਹ ਸਾਡੀ ਜਿਹੜੀ ਸੀਰੀਜ਼ ਚੱਲ ਰਹੀ ਹੈ ਇਹਦੇ ਚ ਅਸੀਂ ਸਿਰਫ ਲੋਕਾਂ ਨੂੰ ਇੰਟਰੋਡਿਊਸ ਕਰਾ ਰਹੇ ਹਾਂ ਤਾਂ ਕਿ ਜੀ। ਸਾਨੂੰ ਕਮੈਂਟਸ ਵੀ ਆਣ, ਜੀ, ਲੋਕ ਜੀ। ਜਿਹੜੇ ਨੇ ਸਾਨੂੰ ਵੇਖਣ ਜੀ। ਔਰ ਸਾਡੇ ਬਾਰੇ ਚ ਦੱਸਣ, ਸਾਨੂੰ ਆਈਡੀਆਜ਼ ਦੇਣ ਕਿ ਅਸੀਂ ਕਿਸ ਤਰ੍ਹਾਂ ਇਹਨੂੰ ਐਕਸਪਲੋਰ ਕਰੀਏ। ਹਾਂ ਤੇ ਤੁਹਾਡਾ ਪੂਰਾ ਅਸੀਂ ਟੈਲੈਂਟ ਲੋਕਾਂ ਨੂੰ ਨਹੀਂ ਵਿਖਾ ਸਕੇ ਇਹ ਤੇ ਗਾਣਾ ਵੀ ਤੁਹਾਡੇ ਕੋਲੋਂ ਇੱਕ ਸੁਣਨਾ ਸੀ ਤੇ ਜੇ ਅਗਰ ਕੋਈ ਗਾਣਾ ਲਾਸਟ ਜਾਂਦੇ ਜਾਂਦੇ ਸਾਨੂੰ ਥੋੜਾ ਜਿਹਾ ਗੁੰਗੁਣਾ ਦਿਓ ਤੇ ਉਹ ਵੀ ਸਾਡੇ ਲਈ ਬਿਹਤਰ ਹੋ ਜਾਏਗਾ। ਗਾਣਾ ਤੇ ਖੈਰ ਮੇਰੀ ਆਵਾਜ਼ ਨਹੀਂ ਹੈ ਇਸ ਕਾਬਲ, ਤੇ ਇਹ ਕਹੋ ਕਿ ਮੈਂ ਤੁਹਾਨੂੰ 3 ਸ਼ੇਰ ਸੁਣਾ ਦਿੰਦਾ ਵਾਂ, ਸ਼ੇਰ ਸੁਣਾ ਦਿਓ। ਜਿਹੜੇ ਕਿ ਮੈਂ ਹੀ ਕੋਸ਼ਿਸ਼ ਕੀਤੀ ਹੈ। ਤੇ ਜ਼ਬਰ ਨਾ ਹੋ, ਇਹ ਪੰਜਾਬੀ ਦਾ ਅਖਾਣ ਹੈ ਜਿਹਨੂੰ ਮੈਂ ਸ਼ੇਰ ਦੀ ਸ਼ਕਲ ਦਿੱਤੀ ਹੈ ਕਿ ਜ਼ਬਰ ਨਾ ਬਣ ਜ਼ੇਰ ਹੋ, ਮਤਾਂ ਪੇਸ਼ ਆਵੀ। ਆਹਾ, ਜ਼ਬਰ ਨਾ ਬਨ ਜ਼ੇਰ ਹੋ, ਜ਼ੇਰ ਹੋ, ਮਤਾਂ ਪੇਸ਼ ਆਵੀ। ਮਤਾ ਪੇਸ਼ ਆਵੇ। ਵਾਹ ਜੀ ਵਾਹ। ਇਸ ਜ਼ਰਬੁਲ ਮਿਸਲ ਨੂੰ ਮੇਰਾ ਇਸਤੇਮਾਲ ਕੀਤਾ ਕਿ ਜ਼ਬਰ ਨਾ ਹੋ, ਜ਼ਬਰ ਨਾ ਹੋ ਜੇ ਪੇਸ਼ ਨੇ ਕੀਤਾ ਜ਼ੇਰ ਤੇ ਫੇਰ। ਵਾਹ 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 ਵਾਹ। ਫੇਰ ਜ਼ਬਰ ਨਾ ਹੋ ਜੇ ਪੇਸ਼ ਨੇ ਕੀਤਾ ਜ਼ੇਰ ਤੇ ਫੇਰ। ਸ਼ਾਮ ਤੋਂ ਪਹਿਲਾਂ ਸ਼ਾਮ ਨੇ ਲਿੱਤਾ ਘੇਰ ਤੇ ਤੇ ਫੇਰ। ਫੇਰ। ਤੇ ਆਦਮ ਜ਼ਾਤ ਤੇ ਰੱਬ ਦਾ ਰੂਪ ਹੈ ਦੁਨੀਆ ਤੇ। ਵਾਹ ਵਾਹ ਵਾਹ। ਆਦਮ ਜ਼ਾਤ ਤੇ ਰੱਬ ਦਾ ਰੂਪ ਹੈ ਦੁਨੀਆ ਤੇ। ਅੱਲਾਹ ਤਾਲਾ ਨੇ ਕਿਹਾ ਇੰਨੀ ਜਾਇਲੁਨ ਫਿਲ ਅਰਜ਼ِ ਖਲੀਫਾ, ਤੇ ਖਲੀਫਾ ਉਹ ਹੀ ਹੁੰਦਾ ਹੈ, ਉਹ ਸਾਰਾ ਕੁਝ ਕਰ ਸਕੇ ਜਿਹਦਾ ਖਲੀਫਾ ਹੈ, ਜੋ ਉਹ ਕਰ ਸਕਦਾ ਹੈ। ਬਿਲਕੁਲ ਸਹੀ। ਤੇ ਆਦਮ ਜ਼ਾਤ ਤੇ ਰੱਬ ਦਾ ਰੂਪ ਹੈ ਦੁਨੀਆ ਤੇ। ਮੁੱਕ ਜਾਵਣ ਜੇ ਅਕਲ ਦੇ ਸਾਰੇ ਫੇਰ ਫੇਰ ਤੇ ਫੇਰ। ਤੇ ਫੇਰ। ਤੇ ਮੁਰਸ਼ਦ ਦੱਸਿਆ ਕਬਰ ਚ ਨੂਰੋ ਨੂਰ ਹੋ ਸੀ। ਮੋਰ ਵੀ ਭਾਵੇਂ ਡਰਾਉਂਦੇ ਰਹਿਣ ਕਿ ਬੜੀ ਹਨੇਰੀ ਹੈ ਤੇ ਬੜਾ ਹਨੇਰੀ ਹੈ, ਲੇਕਿਨ ਸਾਰੇ। ਮੁਰਸ਼ਦ ਦੱਸਦਾ ਹੈ, ਮੁਰਸ਼ਦ ਫਰਮਾਉਂਦੇ ਨੇ ਕਿ ਮੁਰਸ਼ਦ ਦੱਸਿਆ ਕਬਰ ਚ ਨੂਰੋ ਨੂਰ ਹੋ ਸੀ, ਸੁੱਖ ਦਾ ਚਾਨਣ ਵੰਡੇ ਚਾਰ ਚੁਫੇਰ ਫੇਰ ਤੇ ਫੇਰ। ਵਾਹ ਬਹੁਤ ਜੀ। ਸ਼ੁਕਰੀਆ ਸਾਹਿਬ। ਬਹੁਤ ਬਹੁਤ ਸ਼ੁਕਰੀਆ ਸਰ, ਸਾਡੀ ਮਿਹਰਬਾਨੀ। ਤੁਸੀਂ ਤਸ਼ਰੀਫ ਲੈ ਆਏ। ਇਨਸ਼ਾਅੱਲਾ ਫਿਰ ਮੁਲਾਕਾਤ ਹੈ। ਜਿਉਂਦੇ ਵਾਸਤੇ ਰਹੋ, ਆਬਾਦ ਰਹੋ।